ਉਹ ਸਾਡੇ ਹਾਜ਼ਰ ਨਾਜ਼ਰ ਗੁਰੂ ਨੇ। ਅਸੀਂ ਉਹਨਾਂ ਦੀ ਬੇਅਦਬੀ ਨਹੀਂ ਸਹਿਣ ਕਰ ਸਕਦੇ। ਮੇਰੇ ਸਾਹਮਣੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਤੇ ਮੈਂ ਵੱਧ ਤੋਂ ਵੱਧ ਉਹਨੂੰ ਮਾਰੂੰਗੀ, ਕੁੱਟੂੰਗੀ ਜਾਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਫੜਾ ਦੂੰਗੀ, ਕਿਉਂਕਿ ਮੈਂ ਇੱਕ ਨੋਰਮਲ ਜ਼ਿੰਦਗੀ ਦੇ ਵਿੱਚ ਵਿਚਰ ਰਹੀ ਹਾਂ, ਹੈ ਨਾ। ਜਿੱਥੇ ਗੱਲ ਰਹੀ ਨਿਹੰਗ ਸਿੰਘਾਂ ਦੀ, ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਆਪਣਾ ਸਭ ਕੁਝ ਗੁਰੂ ਸਾਹਿਬ ਦੇ ਉੱਤੇ ਵਾਰਿਆ ਹੋਇਆ ਆ। ਜਦੋਂ ਉਹਨਾਂ ਸਾਹਮਣੇ ਕੋਈ ਬੇਅਦਬੀ ਕਰੂਗਾ ਤੇ ਜੋ ਉਹਨਾਂ ਨੇ ਕੀਤਾ ਹੈ, ਮੈਨੂੰ ਲੱਗਦਾ ਹੈ ਵੀ ਉਹ ਉਹਨਾਂ ਨੇ ਕਰਨਾ ਸੀਗਾ। ਇਹ ਉਹਨਾਂ ਲੋਕਾਂ ਨੇ ਕੀਤਾ ਹੈ, ਏਜੰਸੀਆਂ ਦੇ ਬੰਦਿਆਂ ਨੇ, ਜਿਹੜੇ ਕਿ ਮੋਰਚੇ ਨੂੰ ਢਾਹ ਲਾਉਣਾ ਚਾਹੁੰਦੇ ਨੇ। ਮੈਨੂੰ ਤੁਹਾਨੂੰ ਲੱਗਦਾ ਥੋੜਾ ਐਕਸਟ੍ਰੀਮ ਚਲੇ ਗਏ, ਕਿਸੇ ਦਾ ਕਤਲ ਹੋ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ, ਪਰ ਫਿਰ ਗੁੱਟ ਵੱਢ ਦਿੱਤਾ ਗਿਆ, ਲੱਤ ਵੱਢ ਦਿੱਤੀ ਗਈ। ਉਹਨਾਂ ਦਾ ਐਕਸਟ੍ਰੀਮ ਹੀ ਰਿਐਕਸ਼ਨ ਹੋਣਾ ਸੀਗਾ। ਸਾਡਾ ਜੇ ਕਿਸੇ ਨੂੰ ਮੈਂ ਕੁੱਟਾਂ ਮਾਰਾਂ, ਮੇਰਾ ਹੱਦ ਉੱਥੇ ਤੱਕ ਮੁੱਕ ਜਾਂਦੀ ਹੈ, ਰਾਈਟ। ਮੇਰੀ ਪਿਓ ਨੂੰ ਕਿਸੇ ਨੇ ਮਾਰਿਆ, ਮੇਰੀ ਹੱਦ, ਮੇਰੇ ਕੋਲ ਕੋਈ ਚੀਜ਼ ਹੋਗੀ, ਮੈਂ ਮਾਰ ਦੂੰਗੀ ਉਸ ਤਰੀਕੇ ਦੇ ਨਾਲ, ਰਾਈਟ। ਜਿਸ ਤਰੀਕੇ ਦੇ ਨਾਲ ਉਹਨਾਂ ਦੇ ਕੋਲ ਤਲਵਾਰ ਸੀਗੀ, ਉਹਨਾਂ ਨੇ ਉਸ ਤਰੀਕੇ ਦੇ ਨਾਲ ਰਿਐਕਟ ਕੀਤਾ। ਔਰ ਇਹ ਜਿਹੜਾ ਗੁੱਸਾ ਹੈ ਪਿਛਲੇ 7 ਸਾਲਾਂ ਦਾ ਭਰਿਆ ਹੋਇਆ ਸੀਗਾ। ਨਿਹੰਗ ਸਿੰਘਾਂ ਬਾਰੇ ਜੋ ਪੰਜਾਬ ਨੂੰ ਪਤਾ ਹੈ, ਜੋ ਸਾਨੂੰ ਪਤਾ ਹੈ, ਉਹ ਦੂਜੀ ਸਟੇਟ ਦੇ ਲੋਕਾਂ ਨੂੰ ਨਹੀਂ ਪਤਾ ਹੋਊਗਾ। ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਇਹ ਟਿੱਪਣੀ ਹੈ, ਉਹ ਇਹ ਨਹੀਂ ਕਹਿ ਸਕਦੇ ਕਿ ਨਿਹੰਗ ਸਿੰਘ ਮੋਰਚੇ ਦੇ ਵਿੱਚ ਨਹੀਂ ਗਏ। ਉਹ ਮੋਰਚੇ ਦੇ ਵਿੱਚ ਹੈ, ਔਰ ਉਹਨਾਂ ਦਾ ਮੋਰਚੇ 'ਚ ਸਮਰਥਨ ਹੈ, ਔਰ ਉਹਨਾਂ ਦਾ ਮੋਰਚੇ 'ਚ ਸਮਰਥਨ ਹੈ, ਔਰ ਉਹਨਾਂ ਦਾ ਮੋਰਚੇ 'ਚ ਸਮਰਥਨ ਹੈ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਭਕਰਮਨ ਧਾਲੀਵਾਲ। ਪਿਛਲੇ ਕੁਝ ਸਮੇਂ 'ਚ ਪੰਜਾਬ ਨਾਲ ਸੰਬੰਧਿਤ ਬਹੁਤ ਸਾਰੀਆਂ ਘਟਨਾਵਾਂ ਵਾਪਰੀਆਂ ਨੇ। ਸਾਡੇ ਨਾਲ ਮੌਜੂਦ ਨੇ ਇਸ ਸਮੇਂ ਸੋਨੀਆ ਮਾਨ, ਜੋ ਕਿ ਬਹੁਤ ਲੰਬੇ ਚਿਰ ਤੋਂ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਨੇ। ਆਪਣੀ ਬੇਬਾਕ ਤੇ ਬਿਨਾਂ ਗੁਰੇਜ਼ ਕਰਨ ਵਾਲੀ ਟਿੱਪਣੀਆਂ ਵਾਸਤੇ ਜਾਣੇ ਜਾਂਦੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋਨੀਆ ਜੀ, ਸਿੰਘੂ ਬਾਰਡਰ ਤੇ ਇੱਕ ਘਟਨਾ ਵਾਪਰੀ ਹੈ, ਤੁਹਾਡਾ ਪਹਿਲਾ ਰਿਐਕਸ਼ਨ ਕੀ ਉਸ ਘਟਨਾ ਵੱਲ? ਵੇਖੋ ਜੀ, ਜੋ ਵੀ ਹੋਇਆ ਬਹੁਤ ਬੁਰਾ ਹੋਇਆ। ਔਰ ਜਿੱਥੇ ਗੱਲ ਆਉਂਦੀ ਹੈ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਦੀ, ਔਰ ਉਹ ਸਾਡੇ ਹਾਜ਼ਰ ਨਾਜ਼ਰ ਗੁਰੂ ਨੇ, ਅਸੀਂ ਉਹਨਾਂ ਦੀ ਬੇਅਦਬੀ ਨਹੀਂ ਸਹਿਣ ਕਰ ਸਕਦੇ। ਔਰ ਗੁੱਸਾ ਜਿਹੜਾ ਇਹ ਪਿਛਲੇ 7 ਸਾਲਾਂ ਤੋਂ ਅੰਦਰ ਭਰਿਆ ਹੋਇਆ ਆ। ਅਸੀਂ ਆਮ ਇਨਸਾਨ ਜਿਸ ਤਰੀਕੇ ਨਾਲ ਰਿਐਕਟ ਕਰਦੇ ਹਾਂ, ਅਸੀਂ ਥੋੜ੍ਹੀ ਸੌਫਟਲੀ ਰਿਐਕਟ ਕਰ ਸਕਦੇ ਹਾਂ ਉਸ ਚੀਜ਼ ਨੂੰ। ਪਰ ਜਿੱਥੋਂ ਤੱਕ ਅਸੀਂ ਨਿਹੰਗ ਸਿੰਘਾਂ ਦੇ ਬਾਰੇ ਜਾਣਦੇ ਹਾਂ, ਜਾਂ ਉਹਨਾਂ ਦਾ ਜਿਹੜਾ ਰਹਿਣ ਸਹਿਣ ਹੈ, ਔਰ ਉਹਨਾਂ ਨੂੰ ਲੈ ਕੇ ਜੋ ਉਹਨਾਂ ਨੇ ਅੱਜ ਕੀਤਾ ਹੈ, ਰਾਈਟ, ਉਹਨਾਂ ਦੇ ਵਿੱਚ ਸਾਡੇ ਤੋਂ ਜ਼ਿਆਦਾ ਉਸ ਤਰੀਕੇ ਦੇ ਨਾਲ ਗੱਲ ਹੋਊਗੀ। ਲਾਈਕ ਮੈਂ ਅਗਰ ਮੇਰੇ ਸਾਹਮਣੇ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਹੈ ਤੇ ਮੈਂ ਵੱਧ ਤੋਂ ਵੱਧ ਉਹਨੂੰ ਮਾਰੂੰਗੀ, ਕੁੱਟੂੰਗੀ ਜਾਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਫੜਾ ਦੂੰਗੀ, ਕਿਉਂਕਿ ਮੈਂ ਇੱਕ ਨੋਰਮਲ ਜ਼ਿੰਦਗੀ ਦੇ ਵਿੱਚ ਵਿਚਰ ਰਹੀ ਹਾਂ, ਹੈ ਨਾ। ਕਿਉਂਕਿ ਆਪਣੇ ਪਿਓ ਦੀ ਇਨਸਲਟ ਹੁੰਦੇ ਕੋਈ ਨਹੀਂ ਵੇਖ ਸਕਦਾ। ਔਰ ਜਿੱਥੇ ਗੱਲ ਰਹੀ ਨਿਹੰਗ ਸਿੰਘਾਂ ਦੀ, ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਆਪਣਾ ਸਭ ਕੁਝ ਗੁਰੂ ਸਾਹਿਬ ਦੇ ਉੱਤੇ ਵਾਰਿਆ ਹੋਇਆ ਆ। ਉਹਨਾਂ ਵਾਸਤੇ ਗੁਰੂ ਸਾਹਿਬ ਸਭ ਕੁਝ ਨੇ, ਹੈ ਤੇ ਸਾਡੇ ਵਾਸਤੇ ਵੀ ਸਭ ਕੁਝ, ਬਟ ਆਪਾਂ ਫਿਰ ਵੀ ਆਪਣੀ ਨੋਰਮਲ ਜ਼ਿੰਦਗੀ ਜੀਂਦੇ ਹਾਂ। ਉਹ ਦਿਨ ਰਾਤ ਨਿਤਨੇਮ ਲੈਂਦੇ ਨੇ, ਉਸੇ ਮਾਹੌਲ 'ਚ ਰਹਿੰਦੇ ਨੇ। ਉਹਨਾਂ ਦਾ ਜਿਹੜਾ 7 ਸਾਲ ਦਾ ਗੁੱਸਾ ਹੈ, ਜਿਹੜਾ ਉਹਨਾਂ ਦੇ ਵਿੱਚ ਭਰਿਆ ਹੋਇਆ ਆ, ਕਿਉਂਕਿ ਕੰਟੀਨਿਊਸਲੀ ਪੰਜਾਬ ਦੇ ਵਿੱਚ ਇਹ ਘਟਨਾਵਾਂ ਹੋ ਰਹੀਆਂ ਨੇ ਬੇਅਦਬੀ ਦੀਆਂ। ਜਦੋਂ ਉਹਨਾਂ ਸਾਹਮਣੇ ਕੋਈ ਬੇਅਦਬੀ ਕਰੂਗਾ ਤੇ ਜੋ ਉਹਨਾਂ ਨੇ ਕੀਤਾ ਹੈ, ਮੈਨੂੰ ਲੱਗਦਾ ਹੈ ਵੀ ਉਹ ਉਹਨਾਂ ਨੇ ਕਰਨਾ ਸੀਗਾ, ਰਾਈਟ। ਔਰ ਜਿਹਨੇ ਇਹ ਸਾਜ਼ਿਸ਼ ਕੀਤੀ ਹੈ, ਉਹਨੂੰ ਵੀ ਇਹ ਬਹੁਤ ਚੰਗੇ ਤਰੀਕੇ ਦੇ ਨਾਲ ਪਤਾ ਸੀਗਾ ਕਿ ਇਹੋ ਜਿਹੇ ਬੰਦੇ ਨੂੰ ਨਿਹੰਗ ਸਿੰਘਾਂ ਦੇ ਵਿੱਚ ਭੇਜਿਆ ਜਾਵੇ ਔਰ ਉੱਥੇ ਰੱਖਿਆ ਜਾਵੇ। ਔਰ ਜਿਸ ਤਰੀਕੇ ਨਾਲ ਸਵੇਰੇ 3 ਵਜੇ ਉੱਠ ਕੇ, ਜੋ ਮੈਂ ਸੁਣਿਆ, ਸਰੂਪ ਲੈ ਕੇ ਬਾਹਰ ਗਿਆ ਸੀਗਾ, ਤੇ ਉਹਨਾਂ ਦਾ ਕੀ ਰਿਐਕਸ਼ਨ ਹੋਊਗਾ ਇਹ ਵੀ ਸਾਰਿਆਂ ਨੂੰ ਪਤਾ ਸੀਗਾ। ਸੋ ਇਹ ਉਹਨਾਂ ਲੋਕਾਂ ਨੇ ਕੀਤਾ ਹੈ, ਏਜੰਸੀਆਂ ਦੇ ਬੰਦਿਆਂ ਨੇ, ਜਿਹੜੇ ਕਿ ਮੋਰਚੇ ਨੂੰ ਢਾਹ ਲਾਉਣਾ ਚਾਹੁੰਦੇ ਨੇ, ਜਿਹੜੇ ਕਿ ਇੱਕ ਗਲਤ ਇੰਪ੍ਰੈਸ਼ਨ ਪਾਉਣਾ ਚਾਹੁੰਦੇ ਨੇ ਸਿੱਖ ਕੌਮ ਦਾ ਔਰ ਮੋਰਚੇ ਦਾ। ਔਰ ਜਿਸ ਤਰੀਕੇ ਦੇ ਨਾਲ ਲਖੀਮਪੁਰ ਖੀਰੀ ਦੇ ਵਿੱਚ ਜੋ ਘਟਨਾ ਵਾਪਰੀ ਹੈ, ਉਹਦੇ ਵਿੱਚ ਬੀਜੇਪੀ ਦੀ ਥੂ ਹੋਈ ਹੈ, ਕਿਉਂਕਿ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋਈਆਂ ਸੀਗੀਆਂ ਜਿਸ ਤਰੀਕੇ ਦੇ ਨਾਲ ਗੱਡੀਆਂ ਚਾੜੀਆਂ ਗਈਆਂ ਸੀਗੀਆਂ ਕਿਸਾਨਾਂ ਦੇ ਉੱਤੇ। ਉਹ ਸ਼ਾਂਤਮਈ ਤਰੀਕੇ ਦੇ ਨਾਲ ਅੰਦੋਲਨ ਕਰ ਰਹੇ ਸੀਗੇ। ਸੋ ਬੀਜੇਪੀ ਨੂੰ ਜਾਂ ਕਿਸੇ ਵੀ ਏਜੰਸੀਆਂ ਨੂੰ, ਇਹ ਗਵਰਨਮੈਂਟ ਨੂੰ ਇਹ ਲੱਗਾ ਵੀ ਇਹ ਮੁੱਦਾ ਜਿਹੜਾ ਆ ਸਾਡੇ ਅਗੇਂਸਟ ਆ ਰਿਹਾ ਆ, ਔਰ ਜਦ ਕਿ ਇਲੈਕਸ਼ਨ ਸਿਰ ਤੇ ਹੈ, ਕਿਸੇ ਤਰੀਕੇ ਨਾਲ ਮੋਰਚੇ ਨੂੰ ਬਦਨਾਮ ਕਿਵੇਂ ਕੀਤਾ ਜਾਵੇ। ਸੋ ਇਹ ਜਿਹੜੀਆਂ ਮਤਲਬ ਮੈਂ ਕਹਿੰਦੀ ਹਾਂ ਵੀ ਸਾਜ਼ਿਸ਼ ਰਚੀ ਗਈ ਹੈ, ਇਹ ਉਹਨਾਂ ਵੱਲੋਂ ਹੀ ਰਚੀ ਗਈ ਹੈ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਇਹਨਾਂ ਦਾ ਕੀ ਰਿਐਕਸ਼ਨ ਹੋਊਗਾ।
ਪਰ ਸੋਨੀ ਤੁਹਾਨੂੰ ਲੱਗਦਾ ਥੋੜਾ ਐਕਸਟ੍ਰੀਮ ਚਲੇ ਗਏ, ਕਿਸੇ ਨਾਲ ਕਤਲ ਹੋ ਜਾਣਾ ਬਹੁਤ ਵੱਡੀ ਗੱਲ ਹੁੰਦੀ ਹੈ, ਪਰ ਫਿਰ ਗੁੱਟ ਵੱਢ ਦਿੱਤਾ ਗਿਆ, ਲੱਤ ਵੱਢ ਦਿੱਤੀ ਗਈ। ਵੇਖੋ ਮੇਰੀ ਗੱਲ ਸੁਣੋ, ਸਾਡੇ ਨੋਰਮਲ ਬੰਦਿਆਂ ਵਾਸਤੇ ਐਕਸਟ੍ਰੀਮ ਆ, ਮੈਂ ਮੰਨਦੀ ਹਾਂ ਉਹ ਗਲਤ ਆ, ਬਟ ਮੈਂ ਜੋ ਗੱਲ ਕਹੀ ਨਿਹੰਗ ਸਿੰਘ ਉਹਨਾਂ ਵੱਲੋਂ, ਉਹਨਾਂ ਦਾ ਐਕਸਟ੍ਰੀਮ ਹੀ ਰਿਐਕਸ਼ਨ ਹੋਣਾ ਸੀਗਾ। ਸਾਡਾ ਜੇ ਕਿਸੇ ਨੂੰ ਮੈਂ ਕੁੱਟਾਂ ਮਾਰਾਂ, ਮੇਰਾ ਹੱਦ ਉੱਥੇ ਤੱਕ ਮੁੱਕ ਜਾਂਦੀ ਹੈ, ਰਾਈਟ। ਮੇਰੀ ਪਿਓ ਨੂੰ ਕਿਸੇ ਨੇ ਮਾਰਿਆ, ਮੇਰੀ ਹੱਦ, ਮੇਰੇ ਕੋਲ ਕੋਈ ਚੀਜ਼ ਹੋਗੀ ਮੈਂ ਮਾਰ ਦੂੰਗੀ ਉਸ ਤਰੀਕੇ ਦੇ ਨਾਲ, ਰਾਈਟ। ਜਿਸ ਤਰੀਕੇ ਦੇ ਨਾਲ ਉਹਨਾਂ ਦੇ ਕੋਲ ਤਲਵਾਰ ਸੀਗੀ, ਉਹਨਾਂ ਨੇ ਉਸ ਤਰੀਕੇ ਦੇ ਨਾਲ ਰਿਐਕਟ ਕੀਤਾ। ਔਰ ਇਹ ਜਿਹੜਾ ਗੁੱਸਾ ਹੈ ਪਿਛਲੇ 7 ਸਾਲਾਂ ਦਾ ਭਰਿਆ ਹੋਇਆ ਸੀਗਾ। ਮੈਂ ਪਿੱਛੇ ਬਰਗਾੜੀ ਵਿਖੇ ਵੀ ਗਈ ਸੀਗੀ, ਬਰਗਾੜੀ ਵਿਖੇ ਮੋਰਚਾ ਲੱਗਾ ਹੈ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਗੱਲ ਕਰਕੇ ਆਈ ਸੀਗੀ। ਤੁਸੀਂ ਇਹ ਸੋਚੋ ਵੀ ਹਜੇ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਨ੍ਹਾਂ ਨੇ ਬੇਅਦਬੀ ਕੀਤੀ ਆ, ਉਹਨਾਂ ਨੂੰ ਹਜੇ ਤੱਕ ਫੜਿਆ ਨਹੀਂ ਗਿਆ। ਉਹ ਸਾਡੇ ਹਾਜ਼ਰ ਨਾਜ਼ਰ ਗੁਰੂ ਨੇ, ਅਸੀਂ ਉਹਨਾਂ ਨੂੰ ਪਿਓ ਮੰਨਦੇ ਹਾਂ, ਸਿਰ ਝੁਕਾਉਂਦੇ ਹਾਂ। ਸ਼ਰਮਨਾਕ ਗੱਲ ਹੈਗੀ ਕਿ ਨਹੀਂ ਹੈਗੀ? ਜੇ ਕਿਸੇ ਵੀ ਮੁਜਰਮ ਦੀ ਗੱਲ ਕੀਤੀ ਜਾਵੇ, ਬੜੀ ਛੇਤੀ ਇੰਟੈਲੀਜੈਂਸ ਲਾਉਂਦੀ ਹੈ, ਉਹਨਾਂ ਨੂੰ ਫੜ ਲੈਂਦੀ ਹੈ, ਬਟ ਇਹਦਾ ਮਤਲਬ ਫਿਰ ਇਹ ਜਾਣਬੁੱਝ ਕੇ ਕੀਤਾ ਜਾ ਰਿਹਾ, ਜਾਣਬੁੱਝ ਕੇ ਫੜਿਆ ਨਹੀਂ ਜਾ ਰਿਹਾ। ਸੋ ਆਪਾਂ ਨੂੰ ਇਹ ਰਿਐਕਸ਼ਨ ਜਿਹੜੇ ਆ ਨਾ, ਦਿਲੋਂ ਸੋਚਣਾ ਚਾਹੀਦਾ ਆ। ਸਾਰਾ ਕੁਛ ਜਿਹੜੀ ਵੀ ਗੱਲ ਆ ਇੱਕਦਮ ਰਿਐਕਟ ਨਹੀਂ ਕਰ ਦੇਣਾ ਚਾਹੀਦਾ, ਕਿਉਂਕਿ ਇਹ ਸਾਰੀਆਂ ਗੱਲਾਂ ਮੈਂ ਵੀ ਦਿਲੋਂ ਸੋਚੀਆਂ। ਮੈਂ ਕਿਉਂ ਸੋਚੀਆਂ ਦਿਲੋਂ? ਮੈਂ ਅਮਤੋਜ ਬਾਈ ਦੀ ਇੰਟਰਵਿਊ ਦੇਖ ਰਹੀ ਸੀਗੀ ਤੁਹਾਡੇ ਪ੍ਰੋ ਪੰਜਾਬੀ ਟੀਵੀ ਦੇ ਨਾਲ ਹੀ, ਔਰ ਉਹਨਾਂ ਨੇ ਜੋ ਗੱਲਾਂ ਕਹੀਆਂ ਬਿਲਕੁਲ ਸਹੀ ਕਹੀਆਂ। ਬਿਕਾਜ਼ ਸਹੀ ਗੱਲ ਹੈ ਕਿ ਤੁਹਾਨੂੰ ਜੇ ਤੁਸੀਂ, ਉਹਨਾਂ ਨੇ ਜਿਹੜੀਆਂ ਗੱਲਾਂ ਕਹੀਆਂ, ਉਹਨਾਂ ਦੀਆਂ ਗੱਲਾਂ ਸੋਚ ਕੇ ਹੀ ਮੈਨੂੰ ਵੀ ਲੱਗਾ ਵੀ ਇਹ ਰਿਐਕਸ਼ਨ ਹੈ, ਔਰ ਐਕਚੁਅਲ 'ਚ ਇਹ ਹੈ। ਔਰ ਮੈਨੂੰ ਲੱਗਦਾ ਹੈ ਵੀ ਨਿਹੰਗ ਸਿੰਘਾਂ ਬਾਰੇ ਜੋ ਪੰਜਾਬ ਨੂੰ ਪਤਾ ਹੈ, ਜੋ ਸਾਨੂੰ ਪਤਾ ਹੈ, ਉਹ ਦੂਜੀ ਸਟੇਟ ਦੇ ਲੋਕਾਂ ਨੂੰ ਨਹੀਂ ਪਤਾ ਹੋਊਗਾ ਕਿ ਉਹਨਾਂ ਦਾ ਰਿਐਕਸ਼ਨ ਕਿਵੇਂ ਹੋ ਸਕਦਾ ਆ, ਉਹ ਕਿਵੇਂ ਰਿਐਕਟ ਕਰ ਸਕਦੇ ਆ। ਅਤੇ ਆਪਾਂ ਲੋਕਾਂ ਨੂੰ ਇਹ ਗੱਲ ਦੱਸਣੀ ਪਊਗੀ, ਔਰ ਆਪਾਂ ਲੋਕਾਂ ਨੂੰ ਉਹਨਾਂ ਬਾਰੇ ਸਟੈਂਡ ਕਰਨਾ ਪਊਗਾ। ਉਹ ਗੁਰੂ ਦੀ ਫੌਜ ਸਾਡੇ ਨਾਲ ਅੰਦੋਲਨ ਦੇ ਵਿੱਚ ਖੜੀ ਹੈ, ਸਾਡੇ ਕਰਕੇ ਖੜੀ ਹੈ, ਰਾਈਟ। ਅੱਜ ਆਪਾਂ ਆਏ ਨਹੀਂ ਕਹਿ ਸਕਦੇ ਉਹ ਸਾਡੇ ਤੋਂ ਬਾਹਰ ਨੇ। ਕਿਸਾਨ ਮੋਰਚੇ ਦੀ ਹੀ ਸਟੇਟਮੈਂਟ ਆਈ ਆ, ਉਹਨਾਂ ਨੇ ਡਿਸਟੈਂਸ ਕੀਤਾ ਆਪਣੇ ਆਪ ਨੂੰ ਇਸ ਸਾਰੀ ਘਟਨਾ ਨੂੰ ਲੈ ਕੇ, ਕਤਲ ਦੇ ਮਾਮਲੇ ਨੂੰ ਲੈ ਕੇ। ਵੇਖੋ, ਸੰਯੁਕਤ ਕਿਸਾਨ ਮੋਰਚੇ ਦੀ ਜਿਹੜੀ ਇਹ ਟਿੱਪਣੀ ਹੈ, ਉਹ ਇਹ ਨਹੀਂ ਕਹਿ ਸਕਦੇ ਕਿ ਨਿਹੰਗ ਸਿੰਘ ਮੋਰਚੇ ਦੇ ਵਿੱਚ ਨਹੀਂ ਗਏ। ਉਹ ਮੋਰਚੇ ਦੇ ਵਿੱਚ ਹੈ, ਔਰ ਉਹਨਾਂ ਦਾ ਮੋਰਚੇ 'ਚ ਸਮਰਥਨ ਹੈ, ਰਾਈਟ। ਉਹ ਘਟਨਾ ਜਿਹੜੀ ਹੋਈ ਹੈ, ਉਹ ਘਟਨਾ ਉਹਨਾਂ ਨੇ ਨਹੀਂ ਦੇਖੀ। ਉਹ ਘਟਨਾ ਕਿਵੇਂ ਵਾਪਰੀ ਉਹ ਅਸੀਂ ਵੀ ਨਹੀਂ ਦੇਖੀ, ਰਾਈਟ। ਪਰ ਅਸੀਂ ਵੀ ਉੱਤੇ ਕੀ ਰਿਐਕਸ਼ਨ ਦੇ ਰਹੇ ਹਾਂ, ਉਹ ਰਿਐਕਸ਼ਨ ਉਹ ਵੀ ਦੇ ਸਕਦੇ ਆ, ਬਟ ਇਹਦਾ ਮਤਲਬ ਇਹ ਨਹੀਂ ਆ ਵੀ ਅਸੀਂ ਉਹਨਾਂ ਨੂੰ ਆਪਣੇ ਤੋਂ ਅਲੱਗ ਕਰਾਂਗੇ। ਉਹ ਸਾਡੀ ਗੁਰੂ ਦੀ ਫੌਜ ਹੈ, ਰਾਈਟ। ਉਹ ਸਾਡੇ ਗੁਰੂ ਸਾਹਿਬ ਦੀ ਗੱਲ ਦੇ ਉੱਤੇ, ਕੋਈ ਚੀਜ਼ ਦੇ ਉੱਤੇ ਰਿਐਕਟ ਕਰ ਰਹੇ ਨੇ, ਸਾਨੂੰ ਉਸ ਚੀਜ਼ ਨੂੰ ਐਕਸਪਲੇਨ ਕਰਨਾ ਚਾਹੀਦਾ ਆ, ਸਾਨੂੰ ਉਹਨੂੰ ਵਿਸਥਾਰ ਰੂਪੀ ਦੱਸਣਾ ਚਾਹੀਦਾ ਆ। ਸੋ ਮੈਨੂੰ ਲੱਗਦਾ ਹੈ ਵੀ ਸਾਨੂੰ ਉਹਨਾਂ ਦੇ ਨਾਲ ਸਟੈਂਡ ਕਰਨਾ ਚਾਹੀਦਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੋਈ ਨਹੀਂ ਸਹਿਣ ਕਰ ਸਕਦਾ, ਕੋਈ ਵੀ ਨਹੀਂ ਸਹਿਣ ਕਰ ਸਕਦਾ। ਔਰ ਸਾਡੇ ਤੋਂ ਜ਼ਿਆਦਾ ਉਹਨਾਂ ਨੇ ਰਿਐਕਟ ਕਰਨਾ ਸੀਗਾ। ਇਹ ਏਜੰਸੀਆਂ ਦੇ ਬੰਦਿਆਂ ਨੂੰ ਪਤਾ ਸੀਗਾ, ਇਹ ਸੋਚੀ ਸਮਝੀ ਸਾਜ਼ਿਸ਼ ਆ, ਤੇ ਸਾਨੂੰ ਸਮਝਣ ਦੀ ਲੋੜ ਹੈ। ਸੋਨੀਆ, ਤੁਸੀਂ ਲਖੀਮਪੁਰ ਖੇੜੀ ਵੀ ਗਏ ਸੀਗੇ, ਤੁਸੀਂ ਤਾਂ ਸਭ ਤੋਂ ਪਹਿਲਿਆਂ 'ਚ ਸੀ ਜਿਹੜੇ ਪੀੜਤ ਪਰਿਵਾਰਾਂ ਨੂੰ ਮਿਲੇ, ਜਿਨ੍ਹਾਂ ਨਾਲ ਹਾਦਸਾ ਵਾਪਰਿਆ, ਦੁਖਦਾਈ ਘਟਨਾ ਵਾਪਰੀ। ਉਹ ਐਕਸਪੀਰੀਅੰਸ ਕੀ ਗੱਲਾਂ ਕੀਤੀਆਂ ਉੱਥੇ, ਕਿਹੋ ਜਿਹਾ ਮਾਹੌਲ ਸੀਗਾ, ਜਾਂ ਉਹਨਾਂ ਨੇ ਕੀ ਤੁਹਾਨੂੰ ਦੱਸਿਆ? ਵੇਖੋ ਜੀ, ਮੈਂ ਗੁਰਵਿੰਦਰ ਦੇ ਘਰ ਪਹੁੰਚੀ ਸੀਗੀ ਜਦੋਂ ਸਾਰੀ ਡੈਡ ਬੋਡੀਜ਼ ਦਾ ਸੰਸਕਾਰ ਹੋ ਰਿਹਾ ਸੀਗਾ। ਉਹ ਡੈਡ ਬੋਡੀ ਨੂੰ ਰੋਕਿਆ ਗਿਆ ਸੀਗਾ ਕਿਉਂਕਿ ਉਹਨਾਂ ਦੀ ਫੈਮਿਲੀ ਨੂੰ ਇਹ ਲੱਗਦਾ ਸੀਗਾ ਕਿ ਸਾਡਾ ਪੋਸਟਮਾਰਟਮ ਸਹੀ ਨਹੀਂ ਹੋਇਆ। ਔਰ ਦੂਜੀ ਗੱਲ ਇਹ ਕਿ ਉਹਨਾਂ ਦੀ ਫੈਮਿਲੀ ਨੂੰ ਪੋਸਟਮਾਰਟਮ ਰਿਪੋਰਟ ਨਹੀਂ ਦਿੱਤੀ ਜਾ ਰਹੀ ਸੀਗੀ। ਜਿਸ ਹਾਲਾਤਾਂ ਦੇ ਵਿੱਚ ਮੈਂ ਪਹੁੰਚੀ ਸੀਗੀ, ਉਦੋਂ ਮਤਲਬ ਮੈਂ ਖੁਦ ਬਹੁਤ ਜ਼ਿਆਦਾ ਇਮੋਸ਼ਨਲੀ ਕਨੈਕਟਿਡ ਹੋ ਗਈ ਸੀਗੀ, ਕਿਉਂਕਿ ਫੈਮਿਲੀ ਦੇ ਉਸ ਮਾਹੌਲ ਦੇ ਵਿੱਚ ਜਦੋਂ ਉਹਨਾਂ ਦੀ ਮਾਂ, ਉਹਦੀਆਂ ਭੈਣਾਂ, ਉਹਦੇ ਭਰਾ, ਜਿਨ੍ਹਾਂ ਨੂੰ ਪੋਸਟਮਾਰਟਮ ਰਿਪੋਰਟ ਨਹੀਂ ਦਿੱਤੀ ਜਾ ਰਹੀ, ਉਹ ਜਿਨ੍ਹਾਂ ਦੇ ਉੱਤੇ ਧੱਕਾਸ਼ਾਹੀ ਕੀਤੀ ਜਾ ਰਹੀ ਹੈ ਵੀ ਬੋਡੀ ਦਾ ਅੰਤਿਮ ਸੰਸਕਾਰ ਕੀਤਾ ਜਾਵੇ। ਔਰ ਉਹਨਾਂ ਨੇ ਮੈਨੂੰ ਇਹ ਗੱਲ ਤੱਕ ਕਹੀ, ਕਹਿੰਦੇ ਵੀ ਦੀਦੀ ਤੁਸੀਂ ਨਹੀਂ ਆਉਂਦੇ, ਸਾਡੇ ਤੇ ਸਵੇਰ ਦਾ ਫੋਰਸ ਕਰ ਰਹੇ ਨੇ ਵੀ ਮਤਲਬ ਸੰਸਕਾਰ ਕਰ ਦਿੱਤਾ ਜਾਵੇ, ਹੈ ਨਾ। ਔਰ ਮੈਂ ਉੱਥੇ ਜਾ ਕੇ ਪੋਸਟਮਾਰਟਮ ਰਿਪੋਰਟ ਲਈ। ਮੈਂ ਕਿਹਾ ਵੀ ਕਿੱਥੇ ਹੈ, ਉੱਥੇ ਮੀਡੀਆ ਵੀ ਸੀਗੀ, ਕਿੱਥੇ ਹੈ, ਉਹਨਾਂ ਨੂੰ ਦੇਣੀ ਪਈ। ਉਹ ਲੈ ਕੇ ਮੈਂ ਉਹਦੇ ਭਰਾ ਨੂੰ ਦਿੱਤੀ। ਫਿਰ ਜੋ ਉਹਨਾਂ ਦੇ ਭਰਾ ਨੇ ਮੈਨੂੰ ਦਿਖਾਇਆ, ਉਹਨਾਂ ਨੇ ਮੈਨੂੰ ਡੈਡ ਬੋਡੀ ਕੋਲ ਲੈ ਕੇ ਗਏ, ਡੈਡ ਬੋਡੀ ਨੂੰ ਖੋਲ੍ਹਿਆ। ਉਹਦੇ ਵਿੱਚ ਉਹਨਾਂ ਨੇ ਮੈਨੂੰ ਉਹਦੇ ਕੰਨ ਦੇ ਲਾਗੋਂ ਜੋ ਨਿਸ਼ਾਨ ਦਿਖਾਏ, ਜੋ ਉਹਨਾਂ ਨੇ ਮੈਨੂੰ ਦੱਸਿਆ, ਜੋ ਮੈਨੂੰ ਬਿਆਨ ਕੀਤਾ। ਉਹਨਾਂ ਨੇ ਕਿਹਾ ਕਿ ਮੋਨੂ ਮਿਸ਼ਰਾ ਫਾਇਰ ਕਰ ਰਿਹਾ ਸੀਗਾ, ਸਾਨੂੰ ਲੱਗਾ ਵੀ ਮਤਲਬ ਉਹਨਾਂ ਦੀ ਇਹ ਕਹਿਣਾ ਸੀਗਾ ਵੀ ਇਹਨੂੰ ਗੋਲੀ ਲੱਗੀ ਹੈ, ਰਾਈਟ। ਔਰ ਜੋ ਮੈਂ ਬੋਡੀ ਦੇਖੀ ਉੱਤੇ ਨਿਸ਼ਾਨ ਵੀ ਸੀਗੇ, ਔਰ ਮੈਂ ਰਿਕਾਰਡ ਵੀ ਕੀਤਾ ਸੀਗਾ, ਔਰ ਮੈਂ ਪਾਇਆ ਵੀ ਸੀਗਾ। ਸੋ ਮੈਨੂੰ ਜੋ ਫੈਮਿਲੀ
ਪੀੜਤ ਸੀਗੀ ਉਸ ਟਾਈਮ ਦੇ ਉੱਤੇ, ਮੈਨੂੰ ਉਹਨਾਂ ਦੇ ਨਾਲ, ਮੇਰੇ ਭਰਾਵਾਂ ਦੇ ਨਾਲ ਸਟੈਂਡ ਕਰਨ ਦਾ ਪੂਰਾ ਮੇਰਾ ਉਹ ਸੀਗਾ ਅੰਦਰੋਂ ਕਿ ਮੈਂ ਕਰਾਂ, ਔਰ ਮੈਂ ਕਰਨਾ ਵੀ ਚਾਹੁੰਦੀ ਹਾਂ, ਔਰ ਮੈਂ ਕੀਤਾ ਵੀ। ਮੈਂ ਇਸੇ ਕਰਕੇ ਮੀਡੀਆ ਸਾਹਮਣੇ ਕਿਹਾ ਸੀਗਾ ਕਿ ਇਹਦਾ ਪੋਸਟਮਾਰਟਮ ਫਿਰ ਤੋਂ ਹੋਣਾ ਚਾਹੀਦਾ। ਇਹ ਇਹਦੀਆਂ ਪੋਸਟਮਾਰਟਮ ਰਿਪੋਰਟਸ ਨੇ, ਜੋ ਵੀ ਪੋਸਟਮਾਰਟਮ ਦੇ ਵਿੱਚ ਗਲਤ ਹੋਇਆ, ਜਦੋਂ ਤੱਕ ਫੈਮਿਲੀ ਨੂੰ ਸੈਟਿਸਫੈਕਸ਼ਨ ਨਹੀਂ ਹੁੰਦੀ, ਨਹੀਂ ਤਾਂ ਸਾਰੀ ਜ਼ਿੰਦਗੀ ਉਹਨਾਂ ਦੇ ਦਿਲ ਦੇ ਵਿੱਚ ਇਹੀ ਗੱਲ ਰਹਿੰਦੀ। ਜੋ ਇਹਨਾਂ ਨੇ ਪੋਸਟਮਾਰਟਮ ਦੁਬਾਰਾ ਕੀਤਾ, ਸਹੀ ਕੀਤਾ, ਜੋ ਵੀ ਕੀਤਾ, ਰਾਈਟ। ਔਰ ਦੂਜੀ ਗੱਲ ਇਹ ਵੀ ਉਹ ਫੈਮਲੀਜ਼ ਜੰਗਲ ਦੇ ਵਿੱਚ ਰਹਿੰਦੀਆਂ ਨੇ, ਕੱਲਾ ਕੱਲਾ ਡੇਰੇ ਤੇ ਘਰ ਹੈ। ਸਾਡੇ ਪੰਜਾਬ ਵਾਂਗੂ ਨਹੀਂ ਹੈ ਕਿਤੇ ਪਿੰਡ ਵਸੇ ਹੋਏ ਨੇ। ਉੱਥੇ ਯੂਪੀ ਦੇ ਵਿੱਚ ਅਲੱਗ-ਅਲੱਗ ਦੂਰ-ਦੂਰ ਡੇਰਿਆਂ ਦੇ ਸਰਦਾਰ ਰਹਿੰਦੇ ਨੇ, ਜਿਨ੍ਹਾਂ ਨੇ ਜੰਗਲ ਵੱਢ-ਵੱਢ ਕੇ ਪੁਰਾਣੇ ਟਾਈਮ ਤੇ ਜਾ ਚੁੱਕੇ ਨੇ। ਜੇ ਇਹੋ ਜਿਹੀਆਂ ਘਟਨਾ ਕਹਿੰਦੇ ਆ ਗੁੰਡਿਆ ਰਾਜ ਆ ਯੂਪੀ ਦੇ ਵਿੱਚ, ਜੇ ਉਹ ਸ਼ਰੇਆਮ ਗੱਡੀਆਂ ਨਾਲ ਡਾ ਕੇ ਜਾ ਸਕਦੇ ਆ, ਉਸ ਫੈਮਿਲੀ ਦੀ ਸਿਕਿਉਰਿਟੀ ਕਿੱਥੇ ਮੈਟਰ ਕਰਦੀ ਸੀਗੀ। ਉਹ ਫੈਮਿਲੀ ਦੀਆਂ ਭੈਣਾਂ ਨੇ ਮੈਨੂੰ ਕਿਹਾ ਕਿ ਭੈਣ ਅੱਜ ਆਪਾਂ ਇੱਥੇ ਆਏ ਆ, ਆਪਾਂ ਚੱਲ ਜਾਂਗੇ ਆਪੋ ਆਪਣੇ ਘਰੀ, ਇਹਨਾਂ ਦਾ ਕੀ ਬਣੂਗਾ ਪਿੱਛੋਂ, ਇਹਨਾਂ ਦੀ ਕੀ ਸਿਕਿਉਰਿਟੀ ਹੈ। ਤੇ ਉਹ ਜੋ ਉਹਨਾਂ ਦਾ ਇੱਕ ਪੰਜਾਬੀ ਪਰਿਵਾਰ, ਮੈਂ ਵੀ ਪੰਜਾਬੀ ਹਾਂ, ਉਹ ਪੰਜਾਬੀ ਪਰਿਵਾਰ ਆ, ਇੱਕ ਸਾਡੀ ਆਪਣੀ ਪੰਜਾਬੀਅਤ ਦੀ ਸਾਂਝ ਹੁੰਦੀ ਆ। ਆਪਾਂ ਜਿਹੜੀਆਂ ਦਿਲ ਦੀਆਂ ਗੱਲਾਂ ਇੱਕ ਦੂਜੇ ਦੇ ਨਾਲ ਕਰ ਸਕਦੇ ਹਾਂ। ਤੇ ਜੋ ਉਹਨਾਂ ਨੇ ਮੇਰੇ ਨਾਲ ਕੀਤੀਆਂ, ਜੋ ਮੈਂ ਅੱਗੇ ਰੱਖੀਆਂ, ਔਰ ਜਿੰਨਾ ਮੇਰੇ ਤੋਂ ਹੋ ਸਕਿਆ ਉਹ ਸੌਰਟ ਆਊਟ ਕਰਨਾ, ਜਾਂ ਮੈਂ ਜਥੇਬੰਦ ਉੱਥੇ ਟਕੈਤ ਸਾਹਿਬ ਸ਼ਾਮ ਨੂੰ ਆਏ ਸੀਗੇ, ਮੈਂ ਉਹਨਾਂ ਦੇ ਨਾਲ ਜੋ ਰੱਖੀ ਉਹਨਾਂ ਦੀ ਗੱਲ, ਜੋ ਉਹਨਾਂ ਨਾਲ ਉੱਥੇ ਸਿੱਖ ਸੰਗਤ ਵਾਲੇ ਬਾਬਾ ਜੀ ਸੀਗੇ, ਜਿਸ ਤਰੀਕੇ ਦੇ ਨਾਲ ਮਾਹੌਲ ਸੀਗਾ, ਮੈਂ ਗੱਲਬਾਤ ਕਰਕੇ, ਕਿਉਂਕਿ ਮੈਂ ਲੀਡਰ ਨਹੀਂ ਹਾਂ, ਮੈਂ ਇੱਕ ਵਲੰਟੀਅਰ ਦੀ ਤਰ੍ਹਾਂ, ਮੈਂ ਇੱਕ ਐਕਟਰਸ ਹਾਂ, ਬਟ ਮੈਂ ਸੋਸ਼ਲ ਐਕਟਿਵਿਸਟ ਦੀ ਤਰ੍ਹਾਂ। ਤੇ ਮੈਂ ਸੋਚਦੀ ਹਾਂ ਕਿ ਮੈਂ ਆਪਣੇ ਭਰਾਵਾਂ ਨਾਲ ਜਾਂ ਆਪਣੇ ਸਾਰਿਆਂ ਨਾਲ ਸਹੀ ਗੱਲ ਦੇ ਉੱਤੇ ਸਟੈਂਡ ਕਰਾਂ। ਜੇ ਮੇਰੀ ਗੱਲ ਲੋਕੀ ਸੁਣਦੇ ਆ ਜਾਂ ਮੇਰੀ ਗੱਲ ਮੇਰੇ ਸੋਸ਼ਲ ਪਲੇਟਫਾਰਮ ਤੇ ਜਾਂਦੀ ਹੈ, ਤੇ ਮੈਨੂੰ ਸਹੀ ਗੱਲ ਰੱਖਣੀ ਚਾਹੀਦੀ ਹੈ। ਤੇ ਉਹ ਮੈਂ ਉਹਨਾਂ ਦੀ ਆਵਾਜ਼ ਕਿਉਂ ਨਾ ਪਹੁੰਚਾਵਾਂ, ਮੈਂ ਉਹਨਾਂ ਦੀ ਪਹੁੰਚਾਊਂਗੀ। ਔਰ ਮੈਨੂੰ ਫਿਕਰ ਵੀ ਸੀਗੀ, ਇਸ ਕਰਕੇ ਮੈਂ ਉਹ ਸਾਰੀਆਂ ਗੱਲਾਂ ਕੀਤੀਆਂ ਸੀਗੀਆਂ। ਤੁਸੀਂ ਜਦੋਂ ਜਾ ਰਹੇ ਸੀ ਯੂਪੀ ਵੱਲ, ਤੁਹਾਨੂੰ ਪੁਲਿਸ ਵੱਲੋਂ ਰੋਕਿਆ ਵੀ ਗਿਆ, ਯੂਪੀ ਪੁਲਿਸ ਨੇ ਰੋਕਿਆ ਵੀ, ਉਹ ਸਾਰਾ ਲੋਕਾਂ ਨੇ ਦੇਖਿਆ ਵੀ, ਤੇ ਕੀ ਕਾਰਨ ਲੱਗਿਆ ਵੀ ਤੁਹਾਨੂੰ ਕਿਉਂ ਜਾਣ ਤੋਂ ਰੋਕ ਰਹੇ ਸੀਗੇ ਲਖੀਮਪੁਰ ਵੱਲ, ਜਾਂ ਜਿੱਥੇ ਧਰਨਾ ਚੱਲ ਰਿਹਾ ਸੀ, ਜਾਂ ਪਰਿਵਾਰਾਂ ਕੋਲੇ? ਵੇਖੋ, ਮੈਨੂੰ ਇਹ ਲੱਗਦਾ ਹੈ ਕਿ ਉਹ ਨਹੀਂ ਚਾਹੁੰਦੇ ਸੀਗੇ ਕਿ ਜਿਸ ਬੇਬਾਕ ਤਰੀਕੇ ਦੇ ਨਾਲ ਮੈਂ ਪਿਛਲੀ ਵਾਰ ਪਹੁੰਚੀ ਔਰ ਮੈਂ ਗੱਲ ਕੀਤੀ, ਔਰ ਜਿਸ ਉਹ ਨਹੀਂ ਚਾਹੁੰਦੇ ਹੋਣਗੇ ਕਿ ਮੈਂ ਫੇਰ ਜਾ ਕੇ ਉਸ ਤਰੀਕੇ ਦੇ ਨਾਲ ਗੱਲਬਾਤ ਕਰਾਂ। ਦੈਟਸ ਵਾਟ ਇਜ਼ ਅ ਰੀਜ਼ਨ, ਮੇ ਬੀ ਇਸੇ ਕਰਕੇ ਉਹ ਚਾਹੁੰਦੇ ਸੀਗੇ ਕਿ ਮੈਂ ਲਖੀਮਪੁਰ ਨਾ ਪਹੁੰਚਾਂ, ਮੈਂ ਲਖੀਮਪੁਰ ਜਾ ਕੇ ਸਟੇਜ ਤੇ ਨਾ ਬੋਲਾਂ। ਮੇ ਬੀ ਇਹੀ ਰੀਜ਼ਨ ਹੋ ਸਕਦਾ ਹੈ। ਇੱਕ ਤੁਹਾਡੀ ਵੀਡੀਓ ਵੀ ਵਾਇਰਲ ਹੋਈ ਜਿਸ ਤੁਸੀਂ ਅਖਿਲੇਸ਼ ਯਾਦਵ ਨੂੰ ਕਿਹਾ ਵੀ ਇਹਦਾ ਸਮਰਥਨ ਹੋਣਾ ਚਾਹੀਦਾ ਹੈ, ਅਗਲੀ ਵਾਰ ਜਿਹੜੀ ਯੂਪੀ ਸਰਕਾਰ ਹੈ ਬੀਜੇਪੀ ਦੀ ਬਜਾਏ ਇਹਨਾਂ ਨੂੰ ਚੁਣਨਾ ਚਾਹੀਦਾ ਹੈਗਾ। ਉਹ ਕਿੱਥੋਂ ਆਈ ਸਟੇਟਮੈਂਟ? ਕੀ ਤੁਹਾਨੂੰ ਕਿਉਂ ਲੱਗਿਆ ਵੀ ਅਖਿਲੇਸ਼ ਯਾਦਵ ਇਜ਼ ਅ ਬੈਟਰ ਆਪਸ਼ਨ? ਵੇਖੋ ਜੀ, ਮੈਨੂੰ ਇਹ ਇਸ ਕਰਕੇ ਲੱਗਾ ਕਿਉਂਕਿ ਮੈਂ ਜਦੋਂ ਯੂਪੀ, ਜਿੱਦਣ ਲਖੀਮਪੁਰ ਵਾਲਾ ਕੇਸ ਹੋਇਆ ਸੀਗਾ, ਉਸ ਦਿਨ ਸ਼ਾਮੀ ਮੈਂ ਉੱਥੇ ਸੰਗਤ ਨੂੰ ਮਿਲ ਰਹੀ ਸੀਗੀ, ਔਰ ਉੱਥੇ ਮਿਲਦੇ ਮਿਲਦੇ ਮੈਂ ਇੱਕ ਇੰਟਰਵਿਊ ਦੇ ਕੇ ਹਟੀ। ਔਰ ਮੈਂ ਇੰਟਰਵਿਊ 'ਚ ਮੇਰੇ ਕਾਫੀ ਸਾਰੇ ਉੱਥੋਂ ਦੇ ਜਿਹੜੇ ਸੀਗੇ ਲੋਕੀ, ਉਹ ਇਕੱਠੇ ਹੋਏ ਸੀਗੇ, ਉਹਨਾਂ ਨੇ ਤਾਲੀਆਂ ਮਾਰੀਆਂ। ਮੈਨੂੰ ਲੱਗਾ ਵੀ ਉਹ ਮੇਰੀ ਗੱਲ ਸੁਣਨਾ ਚਾਹੁੰਦੇ ਨੇ। ਮੈਂ ਉਹਨਾਂ ਨੂੰ ਪਹਿਲਾਂ ਬਿੱਲਾਂ ਬਾਰੇ ਵਿਸਥਾਰ ਰੂਪੀ ਸਮਝਾਇਆ, ਸਾਰੀ ਗੱਲ ਸਮਝਾਈ ਵੀ ਅਸੀਂ ਕਿਉਂ ਉੱਥੇ ਬੈਠੇ ਹਾਂ, ਕੀ ਹੈ। ਕਿਉਂਕਿ ਬਹੁਤ ਸਾਰੇ ਲੋਕਾਂ ਦੇ ਦਿਲ ਦੇ ਵਿੱਚ, ਦਿਮਾਗ ਦੇ ਵਿੱਚ ਇਹ ਗੱਲ ਬੈਠੀ ਹੋਈ ਸੀ ਕਿ ਸਰਦਾਰਾਂ ਦੀਆਂ ਜ਼ਮੀਨਾਂ ਜਾਣਗੀਆਂ, ਸਾਡਾ ਕੁਛ ਨਹੀਂ ਜਾਊਗਾ। ਬਟ ਮੈਂ ਉਹਨਾਂ ਨੂੰ ਵਿਸਥਾਰ ਰੂਪੀ ਸਮਝਾਇਆ ਵੀ ਇਹ ਸਾਡੀ ਰੋਟੀ ਦੀ ਲੜਾਈ ਹੈ, ਅਸੀਂ ਇਕੱਲੇ ਸਾਰਿਆਂ ਦੀ ਲੜਾਈ ਹੈ, ਕੱਲੀ ਸਾਡੀ ਕਿਸਾਨਾਂ ਦੀ ਨਹੀਂ, ਹਰ ਇੱਕ ਵਰਗ ਦੀ ਲੜਾਈ ਹੈ ਜਿਹੜਾ ਰਾਤ ਨੂੰ ਰੋਟੀ ਖਾ ਕੇ ਸੌਂਦਾ ਹੈ। ਫਿਕਰ ਇੱਥੇ ਸੀਗਾ ਮੈਨੂੰ, ਕਿਉਂਕਿ ਉਸ ਤੋਂ ਪਹਿਲੋਂ ਜਿਹੜੀ ਮੈਂ ਜਿਹੜਾ ਮੈਂ ਮਤਲਬ ਉਸ ਤੋਂ ਬਾਅਦ ਦੀ ਗੱਲ ਹੈ ਕਿ ਮੈਂ ਉੱਥੇ ਸਾਰੇ ਜਿੰਨੇ ਲੋਕਾਂ ਨੂੰ ਮੈਂ ਮਿਲ ਰਹੀ ਸੀਗੀ, ਭਾਵੇਂ ਸਾਡੇ ਸੰਤ ਆ, ਭਾਵੇਂ ਸਾਡੇ ਬਾਬਾ ਜੀ ਹੁਣੀ ਆ, ਸਾਰੇ ਹੀ ਅਖਿਲੇਸ਼ ਯਾਦਵ ਦੀ ਤਾਰੀਫ ਕਰ ਰਹੇ ਸੀਗੇ। ਉਹਨਾਂ ਨੇ ਕਿਹਾ ਵੀ ਉਹਨਾਂ ਨੇ ਹਮੇਸ਼ਾ ਸਾਰੇ ਧਰਮਾਂ ਦਾ ਸਮਰਥਨ ਦਿੱਤਾ ਹੈ ਔਰ ਸਾਰਿਆਂ ਨੂੰ ਇਕੁਅਲੀ ਟਰੀਟ ਕੀਤਾ ਹੈ, ਭਾਵੇਂ ਉਹ ਮੁਸਲਿਮ ਹੋਣ, ਮੁਸਲਿਮ ਸੇਫ ਕਰਦੇ ਨੇ ਉਹਦੇ ਰਾਜ ਦੇ ਵਿੱਚ, ਹਿੰਦੂ ਸੇਫ ਫੀਲ ਕਰਦੇ ਨੇ, ਸਿੱਖ ਸੇਫ ਫੀਲ ਕਰਦੇ ਨੇ। ਸੋ ਮੈਨੂੰ ਇਹ ਲੱਗਾ ਵੀ ਬੀਜੇਪੀ ਗਵਰਨਮੈਂਟ ਦਾ ਅਸੀਂ ਬਾਈਕਾਟ ਕਰ ਰਹੇ ਹਾਂ। ਬੀਜੇਪੀ ਦੀ, ਮੈਂ ਅਖਿਲੇਸ਼ ਯਾਦਵ ਨੂੰ ਨਹੀਂ ਜਾਣਦੀ ਸੀਗੀ, ਮੈਂ ਸਿਰਫ ਆ ਸੁਣਿਆ, ਮੈਨੂੰ ਲੱਗਾ ਵੀ ਇੱਥੇ ਆਪੋਜੀਸ਼ਨ ਕੌਣ ਹੈ। ਰਾਈਟ ਨਾਓ ਅਸੀਂ ਇੰਨੀ ਦੂਰ ਰਹਿੰਦੇ ਹਾਂ ਪੰਜਾਬ ਦੇ ਵਿੱਚ, ਸਾਨੂੰ ਇੱਥੇ ਪਹੁੰਚਦਿਆਂ ਕਿੰਨੇ ਘੰਟੇ ਲੱਗ ਜਾਂਦੇ ਆ। ਸਾਡੇ ਇੱਥੇ ਭਰਾ ਕਿੰਨੀ ਦੂਰ ਦੂਰ ਡੇਰਿਆਂ ਤੇ ਰਹਿੰਦੇ ਆ। ਜੇ ਬੀਜੇਪੀ ਫਿਰ ਤੋਂ ਆ ਗਈ, ਇਹਨਾਂ ਵਾਸਤੇ ਕਿੰਨਾ ਔਖਾ ਆ। ਇਹਨਾਂ ਨੂੰ ਤੇ ਇਹਨਾਂ ਨੇ ਕੱਢ ਕੇ ਪਰਚੇ ਕਰਨੇ ਆ ਇਹਨਾਂ ਦੇ ਉੱਤੇ। ਇਹਨਾਂ ਦੀਆਂ ਫੈਮਿਲੀ ਸੇਫ ਨਹੀਂ ਹੈਗੀਆਂ ਇਸ ਤਰੀਕੇ ਦੇ ਨਾਲ। ਇਹ ਮੇਰਾ ਸੋਚਣਾ ਸੀਗਾ। ਮੈਨੂੰ ਇਹ ਲੱਗਦਾ ਸੀਗਾ ਕਿ ਬੀਜੇਪੀ ਨਹੀਂ ਆਉਣੀ ਚਾਹੀਦੀ। ਜਿਹੜੀ ਬੀਜੇਪੀ ਗਵਰਨਮੈਂਟ ਦੇ ਵਿੱਚ, ਬੀਜੇਪੀ ਦੇ ਲੀਡਰ, ਬੀਜੇਪੀ ਦੇ ਕਾਰਜਕਰਤਾ ਸਾਡੇ ਭਰਾਵਾਂ ਦੇ ਉੱਤੇ ਗੱਡੀਆਂ ਚੜਾ ਰਹੇ ਨੇ, ਇਹ ਜਿਹਾ ਸਾਰਾ ਕੁਝ ਕਰ ਰਹੇ ਨੇ,
ਤੇ ਕੱਲ ਨੂੰ ਆਉਣ ਵਾਲੇ ਟਾਈਮ ਦੇ ਉੱਤੇ ਜੇ ਫਿਰ ਤੋਂ ਬੀਜੇਪੀ ਗਵਰਨਮੈਂਟ ਰਿਪੀਟ ਹੁੰਦੀ ਆ ਯੂਪੀ ਦੇ ਵਿੱਚ, ਫਿਰ ਸਾਡੇ ਭਰਾ ਕਿੱਥੋਂ ਸੇਫ ਨੇ? ਅਸੀਂ ਤੇ ਇੱਥੇ ਪੰਜਾਬ ਦੇ ਵਿੱਚ ਪਿੰਡਾਂ ਦੇ ਪਿੰਡ ਇਕੱਠੇ ਰਹਿੰਦੇ ਆ, ਉਹ ਡੇਰੇ ਤੇ ਰਹਿੰਦੇ ਨੇ ਕੱਲੇ ਕੱਲੇ, ਪ੍ਰਸ਼ਾਸਨ ਉਹਨਾਂ ਦਾ, ਪੁਲਿਸ ਉਹਨਾਂ ਦੀ, ਤੇ ਉਹ ਕਿੱਥੋਂ ਸੇਫ ਨੇ? ਇਸ ਕਰਕੇ ਬੀਜੇਪੀ ਸਰਕਾਰ ਨਹੀਂ ਆਉਣੀ ਚਾਹੀਦੀ। ਉਹਦੀ ਜਗ੍ਹਾ ਦੇ ਉੱਤੇ ਅਖਿਲੇਸ਼ ਨੂੰ ਸਪੋਰਟ ਕਰੋ, ਅਖਿਲੇਸ਼ ਆਵੇ ਤਾਂ ਕਿ ਸਾਡੇ ਭਰਾ ਸੇਫ ਹੋਣ। ਕੱਲ ਨੂੰ ਇਹਨਾਂ ਦੇ ਉੱਤੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਵੀ ਮਤਲਬ ਕੁਛ ਨਾ ਹੋਵੇ, ਉਹਨਾਂ ਦੀ ਸੇਫਟੀ ਵੇਖਦੇ ਹੋਏ ਮੈਂ ਆਹ ਗੱਲ ਕਹੀ। ਕਿਉਂਕਿ ਮੈਨੂੰ ਕੀ ਇਹ ਸੇਫਟੀ ਕਾਂਗਰਸ ਜਾਂ ਬੀਐਸਪੀ ਨਹੀਂ ਕਰ ਸਕਦੇ? ਕਿਉਂਕਿ ਪ੍ਰਿਯੰਕਾ ਗਾਂਧੀ ਵੀ ਉੱਥੇ ਗਈ ਸੀ, ਉਹਨੂੰ ਚਾਰਜ ਬਣਾਇਆ ਗਿਆ, ਤੇ ਦੂਜੇ ਪਾਸੇ ਮਾਇਆਵਤੀ ਵੀ ਹੈ, ਕਿ ਉਹ ਨਹੀਂ ਕਰ ਸਕਦੇ? ਵੇਖੋ, ਮੈਂ ਉੱਥੋਂ ਦਾ ਜਿਹੜਾ ਮਾਹੌਲ ਦੇਖਿਆ, ਜੋ ਮੈਂ ਉਹਨਾਂ ਬਾਰੇ ਸੁਣਿਆ, ਮੈਂ ਬਿਲੀਵ ਕਰਦੀ ਹਾਂ ਸਾਡੇ ਸੰਤਾਂ ਤੇ, ਸਾਡੇ ਬਾਬਾ ਜੀ ਤੇ, ਜਿੰਨੇ ਗੁਰਦੁਆਰੇ ਆ ਉੱਥੇ, ਜਿੰਨੇ ਬਾਬਾ ਜੀ ਹੁਣੀ ਆ ਉੱਥੇ ਯੂਪੀ ਦੇ ਵਿੱਚ, ਤੁਸੀਂ ਯੂਪੀ ਦੀ ਜਨਤਾ ਤੋਂ ਪੁੱਛ ਸਕਦੇ ਹੋ, ਮੇਰੇ ਉੱਥੋਂ ਦੇ ਬਾਬਾ ਜੀ ਹੁਣਾਂ ਨੂੰ ਪੁੱਛ ਸਕਦੇ ਹੋ। ਇਹ ਸੋਨੀਆ ਮਾਨ ਦਾ ਬਿਆਨ ਨਹੀਂ ਹੈ, ਇਹ ਉਹ ਬਾਬਾ ਜੀ ਹੁਣਾਂ ਦਾ ਬਿਆਨ ਹੈ। ਉਹ ਬਾਬਾ ਜੀ ਸਾਰੇ ਅਖਿਲੇਸ਼ ਯਾਦਵ ਨੂੰ ਸਪੋਰਟ ਕਰਦੇ ਆ। ਆਉਣ ਵਾਲੀਆਂ 22 ਦੀਆਂ ਇਲੈਕਸ਼ਨਾਂ ਦੇ ਵਿੱਚ ਤੁਸੀਂ ਆਪ ਵੇਖੋਗੇ ਕਿ ਬਾਬਾ ਜੀ ਹੁਣੀ ਸਾਰੇ ਦੇ ਸਾਰੇ ਜਿੰਨੇ ਉੱਥੇ ਜਥੇਬੰਦਕ ਲੋਕ ਨੇ, ਜਿੰਨੇ ਇਸ ਟਾਈਮ ਤੇ ਜਿੰਨੇ ਸਾਡੇ ਭਰਾ ਕਿਸਾਨਾਂ ਦੇ ਵਿੱਚ ਐਕਟਿਵ ਨੇ, ਜਾਂ ਜਿੰਨੇ ਸਾਡੇ ਪਰਿਵਾਰ ਨੇ, ਸਾਰੇ ਦੇ ਸਾਰੇ ਅਖਿਲੇਸ਼ ਯਾਦਵ ਨੂੰ ਸਪੋਰਟ ਕਰਦੇ ਨੇ। ਉਹਦੇ ਪਿੱਛੇ ਕੋਈ ਨਾ ਕੋਈ ਰੀਜ਼ਨ ਹੋਊਗਾ। ਉਹਦੇ ਪਿੱਛੇ ਰੀਜ਼ਨ ਇਹੀ ਸੀਗਾ ਕਿ ਜਿਵੇਂ ਮੈਂ ਦੱਸਿਆ ਵੀ ਉਹ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਨੇ ਤੇ ਉਹ ਆਪਣੇ ਆਪ ਨੂੰ ਸੇਫ ਫੀਲ ਕਰਦੇ ਨੇ ਉਹਨਾਂ ਦੇ ਥੱਲੇ। ਤੇ ਬੇਸਿਕਲੀ ਮੈਨੂੰ ਇਹੀ ਸੀਗਾ, ਆਪੋਜੀਸ਼ਨ ਉਹੀ ਹੈ ਸਟਰੋਂਗ ਉੱਥੇ। ਔਰ ਸਭ ਤੋਂ ਜ਼ਿਆਦਾ ਬਾਬਾ ਜੀ ਹੁਣੀ ਕਹਿੰਦੇ ਉਹਨਾਂ ਤੋਂ ਮੈਂ ਉਲਟ ਨਹੀਂ ਜਾ ਸਕਦੀ, ਮੈਂ ਆਪਣੀ ਕੌਮ ਤੋਂ ਉਲਟ ਨਹੀਂ ਜਾ ਸਕਦੀ, ਰਾਈਟ? ਮੈਂ ਉਹਨਾਂ ਤੋਂ ਜ਼ਿਆਦਾ ਸਿਆਣੀ ਨਹੀਂ, ਜੋ ਉਹ ਕਹਿਣਗੇ ਸਾਨੂੰ ਆਪਾਂ ਉਹੀ ਸੋਚਾਂਗੇ ਵੀ ਉਹ ਸਹੀ ਹੈ। ਸੋ ਇਸ ਕਰਕੇ ਮੈਂ ਪਰਸਨਲੀ ਨਹੀਂ ਜਾਣਦੀ ਅਖਿਲੇਸ਼ ਯਾਦਵ ਨੂੰ, ਬਟ ਜੋ ਮੈਨੂੰ ਲੱਗਾ, ਜੋ ਮੈਨੂੰ ਉੱਥੇ ਬੋਲਣ ਲੱਗਾ, ਮੈਨੂੰ ਲੱਗਾ ਮੇਰੇ ਭਰਾਵਾਂ ਵਾਸਤੇ ਸੇਫ ਕੀ ਹੈ, ਮੈਂ ਉਹ ਵੇਖਿਆ। ਔਰ ਮੈਂ ਹਮੇਸ਼ਾ ਆਪਣੇ ਭਰਾਵਾਂ ਦੀ ਸੇਫਟੀ ਵਾਸਤੇ ਔਰ 3 ਬਿੱਲ ਰੱਦ ਕਰਵਾਉਣ ਵਾਸਤੇ ਜੋ ਸਹੀ ਸਮਝੂੰਗੀ ਮੈਂ ਉਹਨੂੰ ਸਪੋਰਟ ਕਰੂੰਗੀ। ਔਰ ਖਾਸ ਕਰਕੇ ਜਿਹੜਾ ਬੰਦਾ ਬੀਜੇਪੀ ਦਾ ਵਿਰੋਧ ਕਰਦਾ ਆ, ਬਾਈਕਾਟ ਕਰਦਾ ਆ, ਮੈਂ ਉਹਦੇ ਨਾਲ ਆ ਤੇ ਮੈਂ ਆਪਣੇ ਭਰਾਵਾਂ ਦੇ ਨਾਲ ਆ। ਉਹਨਾਂ ਦੀ ਸੇਫਟੀ ਮੇਰੇ ਵਾਸਤੇ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਗੱਲ ਤੁਸੀਂ ਬੀਜੇਪੀ ਦੀ ਕੀਤੀ, ਬੀਜੇਪੀ ਦੀ ਕੇਂਦਰ 'ਚ ਸਰਕਾਰ ਹੈ, ਕੇਂਦਰ ਨੇ ਇੱਕ ਨਵੀਂ ਨੋਟੀਫਿਕੇਸ਼ਨ ਕੀਤੀ ਹੈ ਬੀਐਸਐਫ ਨੂੰ ਲੈ ਕੇ। ਉਹਨਾਂ ਦਾ ਅਧਿਕਾਰ ਖੇਤਰ ਵਧਾਇਆ ਗਿਆ, ਪਹਿਲਾਂ 15 ਕਿਲੋਮੀਟਰ ਤੱਕ ਸੀ, ਹੁਣ ਦਾਇਰਾ 50 ਕਿਲੋਮੀਟਰ ਤੱਕ ਆ ਗਿਆ। ਅਰੈਸਟ ਦੀਆਂ ਪਾਵਰਾਂ, ਖੋਜ ਕਰਨ ਦੀ, ਸਰਚ ਦੀਆਂ, ਤੇ ਕੁਐਸਚਨਿੰਗ ਦੀਆਂ, ਪੁੱਛਗਿੱਛ ਦੀਆਂ, ਹੋਰ ਪਾਸਪੋਰਟ ਤੇ ਕਸਟਮ ਦੀਆਂ ਵੀ ਐਕਟਾਂ ਉਹਦੇ 'ਚ ਲਾਈਆਂ ਗਈਆਂ ਨੇ। ਇਸ ਫੈਸਲੇ ਦਾ ਬਹੁਤ ਜ਼ਿਆਦਾ ਵਿਰੋਧ ਹੋ ਰਿਹਾ ਸਿਆਸੀ ਪਾਰਟੀਆਂ ਵੱਲੋਂ ਖਾਸ ਕਰਕੇ, ਤੁਸੀਂ ਕੀ ਕਹਿਣਾ ਇਹਦੇ? ਵੇਖੋ ਜੀ, ਬਹੁਤ ਗਲਤ ਆ। ਪਹਿਲਾਂ 15 ਕਿਲੋਮੀਟਰ ਸੀਗਾ, ਹੁਣ 50 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਕੀਤਾ ਗਿਆ। ਜੇ ਇਹ ਗੱਲਾਂ ਕਰਨ ਕਿ ਹਾਂ ਬਾਕੀ ਸਟੇਟਾਂ ਦੇ ਵਿੱਚ ਵੀ ਕੀਤਾ ਜਾ ਰਿਹਾ ਹੈ, ਬਾਕੀ ਸਟੇਟਾਂ ਦੇ ਵਿੱਚ ਤੁਸੀਂ ਦੇਖ ਲਓ, ਗੁਜਰਾਤ ਦੇ ਵਿੱਚ ਉੱਥੇ ਕੀ ਹੈ, ਰੇਤਾ, ਉੱਥੇ ਅੱਗੇ ਵਧਾ ਦੇਣ। ਰਾਜਸਥਾਨ ਰੇਤਾ, ਟਿੱਬੇ ਉੱਥੇ ਵਧਾ ਦੇਣ। ਇੱਥੇ ਪੰਜਾਬ ਦੇ ਸਿਟੀਜ਼ ਨੇ, ਸ਼ਹਿਰ ਨੇ ਜਿਹੜੇ ਅੰਦਰ ਆ ਰਹੇ ਨੇ, ਔਰ ਜਿਹੜਾ ਕਿ ਬਹੁਤ ਗਲਤ ਆ। ਇਹਦਾ ਮਤਲਬ ਇਹ ਤੁਹਾਨੂੰ ਪੁਲਿਸ ਪ੍ਰਸ਼ਾਸਨ ਦੇ ਉੱਤੇ ਵਿਸ਼ਵਾਸ ਨਹੀਂ ਹੈਗਾ, ਰਾਈਟ? ਮੈਨੂੰ ਇਹ ਲੱਗਦਾ ਹੈ ਵੀ ਬੀਐਸਐਫ ਦਾ ਦਾਇਰਾ ਇੰਨਾ ਨਹੀਂ ਵਧਣਾ ਚਾਹੀਦਾ, ਕਿਉਂਕਿ ਪਬਲਿਕ ਦੇ ਵਿੱਚ ਜਿਹਨੂੰ ਮਰਜ਼ੀ ਚੱਕ ਕੇ ਲੈ ਜਾਣਗੇ। ਜਿਹੜੇ ਆਮ ਲੋਕੀ ਹੈ ਉਹ ਕਿਹਦੇ ਕੋਲ ਜਾ ਕੇ ਗੱਲ ਕਰਨਗੇ, ਰਾਈਟ? ਅੱਜ ਤੇ ਅਸੀਂ ਆਪਣੇ ਐਮਐਲਏ ਜਾਂ ਐਮਪੀਸ ਦੇ ਕੋਲ ਜਾ ਕੇ ਪੁੱਛ ਲੈਂਦੇ ਹਾਂ, ਗੱਲ ਕਰ ਲੈਂਦੇ ਹਾਂ, ਫਿਰ ਕਿਹਦੇ ਕੋਲ ਜਾਵਾਂਗੇ? ਸੈਂਟਰ ਦੇ ਕੋਲ ਜਾਵਾਂਗੇ। ਸੈਂਟਰ ਕੀ ਜਵਾਬ ਦਊਗਾ? ਇਸ ਕਰਕੇ ਇਹੋ ਜਿਹੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਔਰ ਮੈਨੂੰ ਲੱਗਦਾ ਹੈ ਵੀ ਪੰਜਾਬ ਦੇ ਜਿਹੜੇ ਸੀਐਮ ਹੈ ਉਹਨਾਂ ਨੂੰ ਅੱਗੇ ਲੱਗ ਕੇ ਇਹ ਗੱਲ ਜਿਹੜਾ ਹੈ, ਇਹ ਮੁੱਦਾ ਜਿਹੜਾ ਹੈ ਚੁੱਕਣਾ ਚਾਹੀਦਾ ਹੈ, ਔਰ ਸਟ੍ਰਿਕਟਲੀ ਚੁੱਕਣਾ ਚਾਹੀਦਾ। ਨਹੀਂ ਤੇ ਆਉਣ ਵਾਲੇ ਟਾਈਮ ਦੇ ਉੱਤੇ ਇਹ ਬਹੁਤ ਸਾਰਾ ਪ੍ਰੋਬਲਮੈਟਿਕ ਚੀਜ਼ਾਂ ਹੋਣਗੀਆਂ। ਬਾਕੀ ਸਟੇਟ ਦੇ ਜਿਹੜੇ ਸੀਐਮ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਨੀ ਚਾਹੀਦੀ ਹੈ। ਬਾਕੀ ਸਟੇਟਾਂ ਦੇ ਵਿੱਚ ਇੰਨਾ ਇਫੈਕਟ ਨਹੀਂ ਪੈਂਦਾ ਪਿਆ। ਮੈਂ ਜਿਵੇਂ ਕਿਹਾ ਵੀ ਉਹਨਾਂ ਦਾ ਇਲਾਕਾ ਜਿਹੜਾ ਸ਼ਹਿਰੀ ਇਲਾਕਾ ਨਹੀਂ ਆਉਂਦਾ, ਸਾਡਾ ਸ਼ਹਿਰੀ ਇਲਾਕਾ ਆਉਂਦਾ ਆ, ਤੇ ਫਿਰ ਬਾਕੀ ਇਲਾਕਾ ਕਾਹਤੋਂ ਛੱਡਤਾ ਜੇ ਤੁਹਾਨੂੰ ਇੰਨਾ ਵਿਸ਼ਵਾਸ ਨਹੀਂ ਹੈਗਾ ਤੇ। ਸੋ ਇਸ ਕਰਕੇ ਇਹ ਸਾਰੀਆਂ ਚੀਜ਼ਾਂ ਸਟੇਟ ਦੇ ਹੱਕ ਸਟੇਟ ਦੇ ਕੋਲ ਹੋਣੇ ਚਾਹੀਦੇ ਹੈ। ਇਹ ਜ਼ਿਆਦਾ ਆਪਣੀ ਸੈਂਟਰ ਜਿਹੜੀ ਇਹ ਸਾਰੀਆਂ ਚੀਜ਼ਾਂ ਕਰ ਰਹੀ ਹੈ ਇਹਦੇ ਨਾਲ ਕੋਈ ਫਰਕ ਨਹੀਂ ਪੈ ਜਾਣਾ। ਜੋ ਵੀ ਇਹਨਾਂ ਨੂੰ ਲੱਗਦਾ ਹੈ ਵੀ ਹਾਂ 15 ਕਿਲੋਮੀਟਰ ਤੇ ਜਦੋਂ ਜਿੰਨੇ ਡਰੱਗ ਸਪਲਾਈ ਕਰਨੀ ਸੀਗੀ, ਜੇ ਰੋਕਿਆ ਜਾਂਦਾ ਤੇ ਉਦੋਂ ਵੀ ਰੋਕ ਸਕਦੇ ਸੀਗੇ। 50 ਕਿਲੋਮੀਟਰ ਦੀ ਦੂਰੀ ਤੈਅ ਕਰਨ ਦੇ ਨਾਲ ਡਰੱਗ ਸਪਲਾਈ ਰੋਕਣਗੇ, ਇਹ ਕੋਈ ਕੀ ਮਤਲਬ ਕੀ ਇਹਦੇ ਤੇ ਤੁਸੀਂ ਕੀ ਟਿੱਪਣੀ ਦੇ ਸਕਦੇ ਹੋ? ਸੋ ਇਸ ਕਰਕੇ ਇਹ ਗਲਤ ਹੈ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਪ੍ਰੋ ਪੰਜਾਬ ਟੀਮ ਨਾਲ ਜੁੜਨ ਵਾਸਤੇ ਸੋਨੀਆ ਮਾਨ।
ਤਾਂ ਇਹ ਸੀਗੇ ਸੋਨੀਆ ਮਾਨ, ਜਿਨ੍ਹਾਂ ਨੇ ਫਿਰ ਤੋਂ ਇੱਕ ਵਾਰ ਬੜੀ ਬੇਬਾਕੀ ਨਾਲ ਆਪਣੀਆਂ ਸਾਰੀਆਂ ਗੱਲਾਂ ਰੱਖੀਆਂ ਨੇ ਬਿਨਾਂ ਗੁਰੇਜ਼ ਕੀਤੇ ਹੋਏ। ਉਹਨਾਂ ਨੇ ਦੱਸਿਆ ਵੀ ਜਿਹੜੀ ਘਟਨਾ ਵਾਪਰੀ ਹੈ ਸਿੰਘੂ ਬਾਰਡਰ ਤੇ, ਉਹ ਲੋਕਾਂ ਨੂੰ ਦੱਸਣੀ ਚਾਹੀਦੀ ਹੈ, ਉਹਦੀ ਵਿਆਖਿਆ ਦੱਸਣੀ ਚਾਹੀਦੀ ਹੈ ਵੀ ਕਿਉਂ ਹੋਇਆ ਹੈ। ਉਹ ਕਹਿਣਾ ਚਾਹ ਰਹੇ ਆ ਵੀ ਨਿਹੰਗ ਸਿੰਘਾਂ ਦਾ ਰਿਐਕਸ਼ਨ ਹੈ ਪਿਛਲੇ 7 ਸਾਲਾਂ ਜਿਹੜਾ ਬੇਅਦਬੀ ਮਸਲੇ ਦੇ ਉੱਤੇ ਇਨਸਾਫ ਨਹੀਂ ਮਿਲਿਆ, ਉਸ ਦਾ ਰਿਐਕਸ਼ਨ ਸੀਗਾ। ਨਾਰਮਲ ਬੰਦਾ ਕਿਸੇ ਹੋਰ ਤਰੀਕੇ ਨਾਲ ਰਿਐਕਟ ਕਰੂਗਾ, ਬਟ ਜੋ ਉਹਨਾਂ ਨੇ ਕੀਤਾ ਉਹਨਾਂ ਦਾ ਇਹ ਫਸਟ ਰਿਐਕਸ਼ਨ ਇਹੀ ਹੋਣਾ ਸੀਗਾ। ਦੂਸਰੀ ਗੱਲ ਉਹਨਾਂ ਨੇ ਇਹ ਵੀ ਰੱਖੀ ਹੈ ਵੀ ਉਹ ਜਿਹੜਾ BSF ਦਾ ਨਵਾਂ ਨੋਟੀਫਿਕੇਸ਼ਨ ਕੱਢਿਆ ਗਿਆ ਕੇਂਦਰ ਦੀ ਸਰਕਾਰ ਵੱਲੋਂ, ਉਹ ਪੰਜਾਬ ਵਾਸਤੇ ਬਹੁਤਾ ਲਾਭਦਾਇਕ ਨਹੀਂ ਹੈ, ਤੇ ਇਸ ਦੇ ਉੱਤੇ ਸਾਰੀ ਸਿਆਸੀ ਪਾਰਟੀਆਂ ਨੂੰ ਠੋਸ ਕਦਮ ਚੱਕਣਾ ਚਾਹੀਦਾ ਹੈ। ਮੋਹਾਲੀ ਤੋਂ ਕੈਮਰਾਮੈਨ ਜੀਤ ਸਿੰਘ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ TV।